ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਜ਼ੂਮ ਐਪ ਦੀ ਰਾਹੀਂ ਅੱਜ ਦੀ ਇਸ ਕਲਾਸ ਜਿਹਦੇ ਵਿੱਚ ਆਪਾਂ ਸੁਖਮਨੀ ਸਾਹਿਬ ਅੰਮ੍ਰਿਤਮਈ ਬਾਣੀ ਦੀ ਸੰਥਿਆ ਅਰਥਾਂ ਸਹਿਤ ਕਰ ਰਹੇ ਹਾਂ। ਇਸ ਕਲਾਸ ਵਿੱਚ ਆਪ ਜੀ ਜੁੜੇ ਹੋ। ਅੱਜ ਤੋਂ ਜੋ ਹੈ ਇਹ ਨਵਾਂ ਸਮਾਂ ਰੱਖਿਆ ਗਿਆ ਹੈ। ਉਹਦਾ ਇੱਕ ਕਾਰਨ ਹੈ ਕਿ ਜਿਹੜਾ ਆਪਣਾ ਪਹਿਲਾ ਸਮਾਂ ਸੀ ਉਸ ਵੇਲੇ ਸੋਧਰ ਦਾ ਰਹਿਰਾਸ ਸਾਹਿਬ ਦਾ ਜਿਹੜਾ ਸਮਾਂ ਹੈ ਉਹ ਹੋ ਜਾਂਦਾ ਸੀ। ਇਸ ਕਰਕੇ ਸੰਗਤਾਂ ਦੇ ਵੱਲੋਂ ਵਾਰ-ਵਾਰ ਜਿਹੜੇ ਉਹ ਫੋਨ ਆ ਰਹੇ ਸਨ ਕਿ ਜਿਹੜਾ ਸਮਾਂ ਹੈ ਉਹਨੂੰ ਤਬਦੀਲ ਕੀਤਾ ਜਾਏ, ਕਿਉਂਕਿ ਜਿਹੜੇ ਕਲਾਸ ਅਟੈਂਡ ਕਰਦੇ ਸਨ ਉਹਨਾਂ ਦੇ ਕੋਲੋਂ ਫਿਰ ਸੰਥਿਆ ਅਟੈਂਡ ਕਰਨੀ ਮੁਸ਼ਕਿਲ ਹੋ ਰਹੀ ਸੀ। ਫਿਰ ਇਸੇ ਕਾਰਨ ਸਮਾਂ ਉਸ ਹਿਸਾਬ ਨਾਲ ਕੀਤਾ ਗਿਆ ਕਿ ਸਾਨੂੰ ਦੁਬਾਰਾ ਜਿਹੜਾ ਉਹ ਸਮਾਂ ਪਿੱਛੇ ਨਾ ਕਰਨਾ ਪਵੇ। ਇੱਕ ਵਾਰ ਹੀ ਇਹ ਟਾਈਮ ਥੋੜ੍ਹਾ ਜਿਹਾ ਕਰ ਲਿਆ ਗਿਆ। ਹੁਣ ਪੂਰੀਆਂ ਜੋ ਸਰਦੀਆਂ ਦਾ ਸੀਜ਼ਨ ਹੈ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਰੱਖਾਂਗੇ। ਸੋ ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅੱਜ ਆਪਾਂ ਜੋ ਸ਼ੁਰੂਆਤ ਜਿਸ ਸ਼ਲੋਕ ਤੋਂ ਕਰਨੀ ਹੈ, ਕਿਉਂਕਿ 21ਵੀਂ ਅਸ਼ਟਪਦੀ ਦੀ ਅੱਜ ਆਰੰਭਤਾ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ, ਆਖਿਆ ਸਰਗੁਣ ਨਿਰਗੁਣ ਨਿਰੰਕਾਰ। ਇਹ ਤਿੰਨ ਸ਼ਬਦ ਜਿਹੜੇ ਨੇ ਪਰਮਾਤਮਾ ਦੇ ਵਾਸਤੇ ਆਏ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਰਗੁਣ ਦਾ ਭਾਵ ਹੈ ਤ੍ਰਿਗੁਣੀ ਮਾਇਆ ਦਾ ਰੂਪ, ਮਾਇਆ ਦਾ ਰੂਪ। ਫਿਰ ਆਖਿਆ ਨਿਰਗੁਣ, ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। ਤ੍ਰਿਗੁਣੀ ਮਾਇਆ ਦੇ ਵਿੱਚ ਵੀ ਆਪ ਹੈ। ਸਰਗੁਣ ਦਾ ਭਾਵ ਜਿਹੜਾ ਆਪ ਵਿੱਚ ਬੈਠਾ ਹੈ। ਨਿਰਗੁਣ ਦਾ ਭਾਵ ਹੈ ਜਿਹੜਾ ਇਹਨਾਂ ਤੋਂ ਰਹਿਤ ਹੋ ਕੇ ਬੈਠਾ ਹੈ, ਪਰੇ ਹੋ ਕੇ ਬੈਠਾ ਹੈ। ਨਿਰੰਕਾਰ ਨਿਰਆਕਾਰ ਭਾਵ ਆਕਾਰ ਤੋਂ ਜਿਹੜਾ ਰਹਿਤ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਭਾਈ ਉਹ ਪਰਮਾਤਮਾ ਸਰਗੁਣ ਰੂਪ ਵਿੱਚ ਵੀ ਹੈ, ਨਿਰਗੁਣ ਰੂਪ ਵਿੱਚ ਵੀ ਹੈ ਤੇ ਨਿਰੰਕਾਰ ਵੀ ਹੈ। ਉਹ ਮਾਇਆ ਦੇ ਪ੍ਰਭਾਵ ਦੇ ਵਿੱਚ ਪਰੇ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਦਾ ਰੂਪ ਵੀ ਹੈ, ਨਿਰਆਕਾਰ ਆਕਾਰ ਤੋਂ ਰਹਿਤ ਵੀ ਹੈ। ਕਹਿੰਦੇ ਸੁਨ ਸਮਾਧੀ ਆਪ। ਸੁਨ ਦਾ ਭਾਵ ਹੈ ਸੁੰਝ ਹੈ ਅਸਲ ਵਿੱਚ ਸ਼ਬਦ। ਅਸੀਂ ਅੱਜ ਵੀ ਇੱਕ ਸ਼ਬਦ ਵਰਤਦੇ ਹਾਂ ਵੀ ਉੱਥੇ ਸੁੰਨ ਮਸਾਨ ਹੋਈ ਪਈ ਸੀ। ਸੁੰਝੇ ਘਰ ਕਾ ਪਾਹੁਣਾ, ਸੁੰਝਾ ਘਰ ਜਿੱਥੇ ਕੋਈ ਨਾ ਹੋਵੇ ਉਹਨੂੰ ਸੁੰਝੀ ਥਾਂ ਕਿਹਾ ਜਾਂਦਾ, ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਾਂ ਜਿੱਥੇ ਕੁਛ ਵੀ ਨਾ ਹੋਵੇ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਸੁਨ ਸਮਾਧੀ ਆਪ। ਸੁੰਝ ਜਿੱਥੇ ਕੁਝ ਨਹੀਂ ਸੀ, ਸਮਾਧੀ ਟਿਕਾਊ ਦੀ ਅਵਸਥਾ ਜਿੱਥੇ ਕੋਈ ਫੁਰਨਾ ਨਾ ਹੋਵੇ, ਕਹਿੰਦੇ ਉੱਥੇ ਵੀ ਪਰਮਾਤਮਾ ਆਪ ਹੀ ਸੀ। ਸੁਨ ਸਮਾਧੀ ਆਪ। ਫਿਰ ਕਹਿੰਦੇ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਗੁਰੂ ਸਾਹਿਬ ਨੇ ਆਖਿਆ ਆਪਨ ਕੀਆ ਨਾਨਕਾ। ਇਹ ਸਾਰਾ ਜਗਤ ਜਿਹੜਾ ਹੈ ਨਾ, ਸਾਰੀ ਕਾਇਨਾਤ, ਖੰਡ ਬ੍ਰਹਿਮੰਡ, ਮੈਂ ਸਿਰਫ ਧਰਤੀ ਜਾਂ ਧਰਤੀ ਦੇ ਆਕਾਸ਼ ਦੀ, ਸਾਡੀ ਆਕਾਸ਼ ਗੰਗਾ ਦੀ ਗੱਲ ਨਹੀਂ ਕਰ ਰਿਹਾ। ਗੁਰੂ ਸਾਹਿਬ ਜੀ ਨੇ ਆਖਿਆ ਕਿ ਜਿੰਨੀ ਵੀ ਕਾਇਨਾਤ ਹੈ ਨਾ, ਆਪਨ ਕੀਆ ਨਾਨਕਾ, ਇਹ ਸਾਰੀ ਉਸ ਪਰਮਾਤਮਾ ਨੇ ਆਪ ਬਣਾਈ ਹੈ ਤੇ ਆਪੇ ਹੀ ਫਿਰ ਜਾਪ। ਜਾਪ ਦਾ ਅਰਥ ਜਪ ਰਿਹਾ, ਯਾਦ ਕਰ ਰਿਹਾ। ਜਾਂ ਇਹ ਕਹਾਂ ਕਿ ਉਹ ਆਪ ਹੀ ਇਸ ਸਾਰੀ ਕਾਇਨਾਤ ਦੇ ਵਿੱਚ ਬੈਠਾ ਹੋਇਆ ਹੈ, ਰਮ ਗਿਆ, ਰਮਿਆ ਗਿਆ, ਸਮਾ ਗਿਆ ਸਾਰਿਆਂ ਦੇ ਅੰਦਰ। ਹੁਣ ਇੱਕ ਚੀਜ਼ ਧਿਆਨ ਰੱਖਿਓ, ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਜੋ ਕੁਝ ਸ਼ਲੋਕ ਦੇ ਅੰਦਰ ਹੈ ਉਹੀ ਕੁਝ ਗੁਰੂ ਸਾਹਿਬ ਜਿਹੜੇ ਨੇ ਉਹ ਅਸ਼ਟਪਦੀ ਦੇ ਅੰਦਰ ਵਿਚਾਰਦੇ ਨੇ। ਸ਼ਲੋਕ ਮੂਲ ਰੱਖਿਆ ਗਿਆ, ਫਿਰ ਉਹਦਾ ਵਿਸਥਾਰ ਜਿਹੜਾ ਹੈ ਨਾ ਉਹ ਅਸ਼ਟਪਦੀ ਦੇ ਅੰਦਰ ਕੀਤਾ ਗਿਆ। ਗੁਰੂ ਸਾਹਿਬ ਕਹਿੰਦੇ ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਜਬ ਜਦੋਂ, ਜਿਸ ਵੇਲੇ, ਜਿਸ ਘੜੀ, ਜਿਸ ਪਲ। ਅਜੇ ਕਹਿੰਦੇ ਕੋਈ ਵੀ ਜਬ ਆਕਾਰ, ਕੋਈ ਆਕਾਰ ਨਹੀਂ ਸੀ, ਕੁਝ ਵੀ ਨਹੀਂ ਸੀ। ਜਦੋਂ ਜਗਤ ਦੇ ਜੀਆਂ ਦੀ ਅਜੇ ਕੋਈ ਸ਼ਕਲ ਹੀ ਨਹੀਂ ਸੀ ਦਿਸਦੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਅਸੀਂ ਕਹਿੰਦੇ ਨਾ ਕੱਖ ਵੀ ਨਹੀਂ, ਇੱਥੇ ਸ਼ਬਦ ਉਹਦੇ ਲਈ ਕੱਛ ਵਰਤਿਆ, ਕੱਛ ਨਾ, ਵੀ ਕੁਛ ਵੀ ਨਹੀਂ। ਜਦੋਂ ਕਿਸੇ ਵੀ ਚੀਜ਼ ਦਾ ਕੋਈ ਵੀ ਆਕਾਰ ਨਹੀਂ ਸੀ। ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ।
ਗੁਰੂ ਸਾਹਿਬ ਨੇ ਆਖਿਆ ਜਦੋਂ ਹੈ ਹੀ ਕੁਝ ਨਹੀਂ ਸੀ ਤਦੋਂ ਪਾਪ ਜਾਂ ਪੁੰਨ ਇਹ ਕਿਵੇਂ ਹੋ ਸਕਦਾ ਸੀ, ਕਿਸੇ ਜੀਵ ਤੇ ਕਿਵੇਂ ਹੋ ਸਕਦਾ ਸੀ। ਕਹਿਣ ਦਾ ਭਾਵ ਉਦੋਂ ਨਾ ਪਾਪ ਸੀ ਨਾ ਹੀ ਪੁੰਨ ਸੀ। ਜਬ ਧਾਰੀ ਆਪਨ ਸੁਨ ਸਮਾਦ, ਕਹਿੰਦੇ ਫਿਰ ਜਦੋਂ, ਜਿਸ ਵੇਲੇ, ਜਦੋਂ ਧਾਰੀ, ਉਸ ਪ੍ਰਮਾਤਮਾ ਨੇ ਧਾਰੀ ਹੋਈ ਸੀ, ਕੀ ਸੀ? ਸੁਨ ਸਮਾਦ। ਸੁਨ ਸਮਾਦ ਦਾ ਭਾਵ ਹੈ ਅਫੁਰ ਅਵਸਥਾ, ਜਾਂ ਇਹ ਸ਼ਬਦ ਵੀ ਆਪਾਂ ਵਰਤ ਸਕਦੇ ਹਾਂ ਕਿ ਜਿਸ ਵੇਲੇ ਉਹ ਆਪਣੇ ਆਪ ਵਿੱਚ ਆਪ ਹੀ ਮਸਤ ਹੈ, ਉਹ ਪ੍ਰਭਾਸੀ ਵਾਹਿਗੁਰੂ ਹੈ ਨਹੀਂ ਸੀ, ਕਿਉਂਕਿ ਇਹ ਜੋ ਵੀ ਹੈ ਨਾ ਉਹ ਪਾਸਟ ਤੇ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਨੇ ਆਖਿਆ, ਕਹਿੰਦੇ ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਫਿਰ ਜਦੋਂ ਵੇਖੋ, ਜਦੋਂ ਕੋਈ ਆਕਾਰ ਨਹੀਂ ਸੀ, ਜਦੋਂ ਕੁਝ ਵੀ ਨਹੀਂ ਸੀ, ਜਦੋਂ ਇਹਦੇ ਲਈ ਨਾ ਗੁਰਬਾਣੀ ਨੇ ਇੱਕ ਸ਼ਬਦ ਵਰਤਿਆ ਹੈ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਗੌਣ ਅਪਾਰਾ, ਨਾ ਉਸ ਉਦੋਂ ਕੁਝ ਵੀ ਨਹੀਂ ਸੀ, ਨਾ ਦਿਨ ਰੈਣ, ਨਾ ਚੰਦ, ਨਾ ਸੂਰਜ। ਉਹਦੀ ਸੂਰਜ ਹੋਏਗਾ ਤੇ ਦਿਨ ਰਹਿਤ ਹੋਏਗਾ ਨਾ, ਦਿਨ ਰਹਿਣ ਹੋਏਗਾ। ਕੁਝ ਵੀ ਨਹੀਂ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਕੁਝ ਵੀ ਉਦੋਂ ਨਹੀਂ ਸੀ। ਇਹ ਉਸ ਵੇਲੇ ਦਾ ਜ਼ਿਕਰ ਹੈ। ਕਹਿੰਦੇ ਫਿਰ ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਸੱਚੇ ਪਾਤਸ਼ਾਹ ਜੀ ਨੇ ਆਖਿਆ ਫਿਰ ਉਦੋਂ ਕਿਹਦੇ ਨਾਲ ਵੈਰ ਵਿਰੋਧ ਸੀ? ਕਿਸੇ ਦਾ, ਕਿਸੇ ਦਾ ਜਦੋਂ ਕੋਈ ਹੈ ਹੀ ਨਹੀਂ ਸੀ, ਉਦੋਂ ਫਿਰ ਕਿਸੇ ਦੇ ਨਾਲ ਕਿਸੇ ਦਾ ਵੈਰ ਜਾਂ ਕਿਸੇ ਦਾ ਵਿਰੋਧ ਵੀ ਨਹੀਂ ਸੀ। ਜਬ ਇਸਕਾ ਵਰਨ ਚਿਹਨ ਨਾ ਜਾਪਤ, ਵਰਨ ਦਾ ਭਾਵ ਹੈ ਰੰਗ, ਚਿਹਨ ਦਾ ਅਰਥ ਹੈ ਨਿਸ਼ਾਨ। ਜਦੋਂ ਇਸ ਜਗਤ ਦਾ ਕੋਈ ਰੂਪ ਰੰਗ ਹੀ ਨਹੀਂ ਸੀ। ਵੈਸੇ ਇਹ ਸ਼ਬਦ ਪਰਮਾਤਮਾ ਦੇ ਲਈ ਵੀ ਵਰਤਿਆ ਗਿਆ ਹੈ। ਜਦੋਂ ਅਸੀਂ ਨਿਤਨੇਮ ਦੀ ਬਾਣੀ ਸਾਡੀ ਜਾਪ ਸਾਹਿਬ ਪੜ੍ਹਦੇ ਹਾਂ, ਤੇ ਜਾਪ ਸਾਹਿਬ ਬਾਣੀ ਦੀ ਆਰੰਭਤਾ ਹੀ ਗੁਰੂ ਸਾਹਿਬ ਨੇ ਇਸ ਜਗ੍ਹਾ ਤੋਂ ਕੀਤੀ ਹੈ ਕਿ ਰੂਪ ਨਾ ਰੇਖ ਵਾਹਿਗੁਰੂ। ਗੁਰੂ ਸਾਹਿਬ ਨੇ ਇਹੀ ਸ਼ਬਦ ਵਰਤਿਆ ਹੈ ਜਾਪ ਸਾਹਿਬ ਦੀ ਆਰੰਭਤਾ, ਕਿ ਭਾਈ ਨਾ ਉਹਦਾ ਰੂਪ ਨਾ ਰੇਖ ਹੈ, ਉਹਦਾ ਕੁਛ ਵੀ ਨਹੀਂ ਹੈ। ਚੱਕਰ ਚਿਹਨ ਅਰ ਵਰਨ, ਜ਼ਾਤ ਅਰ ਪਾਤ ਨਹਿਰ ਜਿਹਨ, ਰੂਪ ਰੰਗ ਅਰ ਰੇਖ, ਦੇਖੋ ਕੁਛ ਵੀ ਨਹੀਂ। ਕਹਿੰਦੇ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼, ਹਮੇ ਦੋਜ ਕਹਿਜੈ। ਵੇਖੋ ਅਸਲੀਅਤ ਉਦੋਂ ਕੁਛ ਵੀ ਨਹੀਂ ਸੀ। ਜਾਂ ਅਸੀਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹਿਆ, ਰੂਪ ਨਾ ਰੇਖ ਨਾ ਰੰਗ ਕਿਛ, ਉਦੋਂ ਕੁਛ ਵੀ ਨਹੀਂ ਸੀ। ਤ੍ਰੈ ਗੁਣ ਤੇ ਪ੍ਰਭ ਭਿੰਨ, ਉਦੋਂ ਸੱਚਮੁੱਚ ਤ੍ਰੈ ਗੁਣ ਤੇ ਆ ਮਾਇਆ ਦੇ ਤਿੰਨ ਗੁਣ ਜਿਹਦਾ ਜ਼ਿਕਰ ਆਇਆ, ਇਹਦੇ ਤੋਂ ਭਿੰਨ ਪਰੇ ਆਓ ਪਰਮਾਤਮਾ। ਜਬ ਇਸਕਾ ਵਰਨ ਚਿਹਨ ਨਾ ਜਾਪਤ, ਕਹਿੰਦੇ ਜਦੋਂ ਇਹਦਾ ਕੋਈ ਵਰਨ ਨਹੀਂ ਸੀ, ਰੰਗ ਨਹੀਂ ਸੀ, ਕੋਈ ਚਿਹਨ ਕੋਈ ਨਿਸ਼ਾਨ ਨਹੀਂ ਸੀ। ਤਬ ਹਰਖ ਸੋਗ ਕਹੋ ਕਿਸੇ ਬਿਆਪਤ, ਫਿਰ ਹਰਖ ਖੁਸ਼ੀ, ਸੋਗ ਗਮੀ, ਫਿਰ ਕਿਹਨੂੰ ਕਹਿੰਦੇ ਹਰਖ ਹੋਏਗਾ, ਕਿਹਨੂੰ ਗਮੀ ਹੋਏਗੀ, ਖੁਸ਼ੀ ਜਾਂ ਗਮੀ। ਮੇਰੇ ਪਾਤਸ਼ਾਹ ਜੀ ਨੇ ਆਖਿਆ ਭਲਿਓ, ਉਦੋਂ ਫਿਰ ਨਾ ਖੁਸ਼ੀ ਸੀ ਤੇ ਉਦੋਂ ਨਾ ਫਿਰ ਕੋਈ ਗਮ ਸੀ ਕਿਸੇ ਨੂੰ। ਖੁਸ਼ੀ ਤੇ ਗਮੀ ਨਾਮ ਦੀ ਕੋਈ ਚੀਜ਼ ਉਦੋਂ ਨਹੀਂ ਸੀ। ਫਿਰ ਕਹਿੰਦੇ ਜਬ ਆਪਨ ਆਪ ਆਪ ਪਾਰ ਬ੍ਰਹਮ, ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕੇਵਲ ਆਪ ਹੀ ਸੀ। ਆਪਨ ਆਪ ਆਪ ਪਾਰ ਬ੍ਰਹਮ, ਪਾਰ ਬ੍ਰਹਮ ਇਹ ਸ਼ਬਦ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਤੇ ਪਾਰ ਬ੍ਰਹਮ ਦਾ ਅਰਥ ਹੈ ਉਹ ਬ੍ਰਹਮ ਜਿਹਦਾ ਪਾਰ ਨਾ ਪਾਇਆ ਜਾ ਸਕੇ। ਫਿਰ ਸਮਝਿਓ, ਜਿਹਦਾ ਉਹ ਬ੍ਰਹਮ ਜਿਹਦਾ ਪਾਰ ਨਹੀਂ ਨਾ ਪਾਇਆ ਜਾ ਸਕਦਾ, ਉਹ ਇਸ ਲਈ ਉਹਦਾ ਨਾਂ ਰੱਖ ਦਿੱਤਾ ਪਾਰ ਬ੍ਰਹਮ। ਉਹਨੂੰ ਸੰਗਿਆ ਦੇ ਦਿੱਤੀ ਗਈ ਇਸ ਗੱਲ ਨਾਲ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਫਿਰ ਕਹਿੰਦੇ ਤਬ ਮੋਹ ਕਹਾ, ਫਿਰ ਮੋਹ ਕਿੱਥੇ ਹੋ ਸਕਦਾ ਸੀ? ਮੋਹ ਨਾਮ ਦੀ ਵੀ ਕੋਈ ਚੀਜ਼ ਨਹੀਂ ਸੀ। ਕਿਸ ਹੋਵਤ ਭਰਮ, ਇਹ ਕਿਹਨੂੰ ਭਰਮ ਪੈਣਾ ਸੀ? ਕਹਿਣ ਦਾ ਭਾਵ ਜਦੋਂ ਕੁਝ ਵੀ ਨਹੀਂ ਸੀ, ਨਾ ਉਦੋਂ ਪਾਪ ਪੁੰਨ ਸੀ, ਨਾ ਵੈਰ ਵਿਰੋਧ ਸੀ, ਨਾ ਹਰਖ ਸੋਗ ਸੀ, ਨਾ ਮੋਹ ਸੀ, ਨਾ ਭਰਮ ਸੀ। ਇਹ ਤੁਸੀਂ ਜਰਾ ਸਕਰੀਨ ਵੱਲ ਵੇਖਿਓ ਚੰਗੀ ਤਰ੍ਹਾਂ, ਜਿਹੜੀ ਮੈਂ ਸਕਰੀਨ ਸ਼ੇਅਰ ਕੀਤੀ ਹੈ, ਪਲੀਜ਼ ਜਰਾ ਇਹਦੇ ਵੱਲ ਦੇਖਿਓ। ਪਹਿਲੀਆਂ ਦੋ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਆਖਿਆ ਪਾਪ ਪੁੰਨ ਨਹੀਂ ਸੀ। ਅਗਲੀਆਂ ਦੋ ਪੰਕਤੀਆਂ ਵਿੱਚ ਆਖਿਆ ਵੈਰ ਵਿਰੋਧ ਨਹੀਂ ਸੀ। ਅਗਲੀਆਂ ਦੋ ਪੰਕਤੀਆਂ ਵਿੱਚ ਆਖਿਆ ਨਾ ਹਰਖ ਸੀ ਨਾ ਸੋਗ ਸੀ। ਇਹਨਾਂ ਦੋ ਪੰਕਤੀਆਂ ਵਿੱਚ ਆਖਿਆ ਨਾ ਮੋਹ ਸੀ ਤੇ ਨਾ ਭਰਮ ਸੀ। ਦੇਖੋ ਇਹ ਸੁਖਮਨੀ ਸਾਹਿਬ ਵੈਸੇ ਸਮੁੱਚੀ ਬਾਣੀ ਹੀ ਬੜੀ ਆਨੰਦਮਈ ਹੈ। ਜੇ ਇਹਨੂੰ ਸਮਝ ਕੇ ਵਿਚਾਰ ਕੇ ਪੜ੍ਹਦੇ ਆ ਨਾ, ਤੇ ਇਹਦੇ ਅੰਦਰਲੀਆਂ ਰਮਜ਼ਾਂ ਬੜੀਆਂ ਸਮਝ ਆਉਂਦੀਆਂ ਨੇ। ਕਹਿੰਦੇ ਫਿਰ ਤਬ ਮੋਹ ਕਹਾ ਕਿਸ ਹੋਵਤ ਭਰਮ,
ਸੱਚੇ ਪਾਤਸ਼ਾਹ ਨੇ ਆਖਿਆ ਫਿਰ ਨਾ ਕਿਸੇ ਵਿੱਚ ਕੋਈ ਮੋਹ ਸੀ ਤੇ ਨਾ ਕੋਈ ਭਰਮ ਸੀ। ਕਹਿੰਦੇ ਆਪਨ ਖੇਲ ਆਪ ਵਰਤੀਜਾ। ਇਹ ਜਿਹੜੀ ਖੇਡ ਹੈ ਨਾ, ਇਹ ਖੇਡ ਜਗਤ ਦੀ ਜਗਤ, ਵੈਸੇ ਅਸੀਂ ਖੇਡਦੇ ਪਏ ਹਾਂ, ਖੇਲਿਆ ਸਗਲ ਜਗਤ ਰੋਜ਼ ਪੜ੍ਹਦੇ ਹਨ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾ। ਤੇ ਗੁਰੂ ਸਾਹਿਬ ਨੇ ਆਖਿਆ ਖੇਲਿਆ ਸਗਲ ਜਗਤ, ਅਸੀਂ ਸਾਰਾ ਜਗਤ ਸਾਰਾ ਸੰਸਾਰ ਖੇਡਦੇ ਪਏ ਇਸ ਖੇਡ ਨੂੰ। ਇਹ ਖੇਡ ਬਣਾਈ ਕਿਹਨੇ ਆ? ਕਹਿੰਦੇ ਆਪਣ ਖੇਲ ਆਪ ਵਰਤੀਜਾ। ਇਹ ਖੇਡ ਉਸ ਪਰਮਾਤਮਾ ਨੇ ਆਪ ਬਣਾਈ ਹੈ। ਆਪ ਵਰਤੀਜਾ ਦਾ ਵੈਸੇ ਅਰਥ ਇਹ ਵਰਤਾਇਆ, ਮਤਲਬ ਜਦ ਇਹ ਅਰਥ ਵੀ ਕਰ ਸਕਦੇ ਹਾਂ ਕਿ ਆਪਣੀ ਖੇਡ ਬਣਾ ਕੇ ਉਹ ਆਪ ਵਿੱਚ ਨਾਲ ਜੀਵਾਂ ਦੇ ਖੇਡ ਵੀ ਰਿਹਾ ਹੈ। ਸਰਗੁਣ ਨਿਰਗੁਣ ਨਿਰੰਕਾਰ ਤਿੰਨ ਰੂਪ ਨੇ ਉਹਦੇ, ਸਰਗੁਣ ਵੀ ਆਪ ਹੈ, ਨਿਰਗੁਣ ਵੀ ਆਪ ਹੈ। ਆਪਣੀ ਖੇਡ ਬਣਾ ਕੇ ਕਹਿੰਦੇ ਉਹ ਆਪ ਹੀ ਇਹਦੇ ਵਿੱਚ ਵਰਤ ਗਿਆ। ਨਾਨਕ ਕਰਨੈ ਹਾਰ ਨਾ ਦੂਜਾ। ਕਹਿੰਦੇ ਐ ਭਾਈ, ਉਸ ਵਾਹਿਗੁਰੂ ਉਸ ਪਰਮਾਤਮਾ ਤੋਂ ਬਿਨਾਂ ਇਸ ਖੇਡ ਨੂੰ ਬਣਾਉਣ ਵਾਲਾ ਕੋਈ ਦੂਜਾ ਨਹੀਂ ਹੈ। ਇਹਦੀ ਕਮਾਲ ਗੁਰੂ ਸਾਹਿਬ ਨੇ ਕੀਤੀ। ਕੋਈ ਹੋਰ ਦੂਜਾ ਹੈ ਹੀ ਨਹੀਂ ਇਸ ਖੇਡ ਨੂੰ ਬਣਾਉਣ ਵਾਲਾ, ਦੂਜਾ ਸ਼ਬਦ ਹੀ ਨਹੀਂ ਹੈ। ਪਰਮਾਤਮਾ ਦੀ ਗੱਲ ਕਰੀਏ ਤਾਂ ਉੱਥੇ ਦੂਜਾ ਸ਼ਬਦ ਹੀ ਨਹੀਂ, ਇੱਕ ਓੰਕਾਰ ਹੈ, ਇੱਕ ਹੈ, ਇਕੱਲਾ ਹੈ। ਉਹਦੇ ਵਰਗਾ ਕੋਈ ਦੂਜਾ ਨਹੀਂ। ਤੁਧ ਬਿਨ ਦੂਜਾ ਨਾ ਹੀ ਕੋਈ, ਨਾਨਕ ਕਰਨੈ ਹਾਰ ਨਾ ਦੂਜਾ। ਤੂੰ ਕਰਤਾਰ ਕਰੇ ਸੋਏ, ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਸੰਸਾਰ, ਇਸ ਕਾਇਨਾਤ ਦੇ ਅੰਦਰ ਨਹੀਂ। ਫਿਰ ਅਗਲੇ ਬੰਦ ਵਿੱਚ, ਅਗਲੇ ਪੌੜੀ ਵਿੱਚ ਪਾਤਸ਼ਾਹ ਜੀ ਨੇ ਆਖਿਆ ਜਬ ਹੋਵਤ ਪ੍ਰਭ ਕੇਵਲ ਧਨੀ। ਜਦੋਂ ਜਬ ਹੋਵਤ ਪ੍ਰਭ ਕੇਵਲ ਕੱਲਾ, ਪ੍ਰਭੂ ਧਨੀ। ਧਨੀ ਇਹਦਾ ਜਿਹੜਾ ਸ਼ਾਬਦਿਕ ਅਰਥ ਇੱਥੇ ਮਾਲਕ ਹੈ, ਮਤਲਬ ਜਦੋਂ ਹੁਣ ਪਹਿਲੋਂ ਕੁਛ ਵੀ ਨਹੀਂ ਸੀ, ਫਿਰ ਕਹਿੰਦੇ ਜਬ ਹੋਵਤ ਪ੍ਰਭ ਕੇਵਲ ਧਨੀ। ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ, ਕੋਈ ਨਹੀਂ ਸੀ। ਕਹਿੰਦੇ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ। ਦੇਖੋ ਫਿਰ ਦੋ ਲਫ਼ਜ਼ ਆ ਗਏ, ਇੱਕ ਬੰਦ ਹੈ, ਇੱਕ ਮੁਕਤ ਹੈ। ਬੰਦ ਬੰਧਨ, ਮੁਕਤ ਖਲਾਸੀ, ਮੁਕਤੀ। ਸੱਚੇ ਪਾਤਸ਼ਾਹ ਨੇ ਆਖਿਆ ਜਦੋਂ ਪ੍ਰਮਾਤਮਾ ਆਪ ਹੀ ਆਪ ਸੀ, ਤਦੋਂ ਫਿਰ ਦੱਸੋ ਕੌਣ ਬੰਧਨਾਂ ਦੇ ਅੰਦਰ ਫਸਿਆ ਸੀ ਤੇ ਕੌਣ ਮੁਕਤ ਸੀ? ਉਦੋਂ ਕੌਣ ਉਦੋਂ ਬੰਧਨਾਂ ਵਿੱਚ ਸੀ ਤੇ ਕੌਣ ਉਦੋਂ ਮੁਕਤ ਸੀ? ਭਾਵ ਨਾ ਉਦੋਂ ਕੋਈ ਬੰਧਨ ਸਨ, ਤੇ ਜੇ ਬੰਧਨ ਨਹੀਂ ਸਨ ਤੇ ਫਿਰ ਮੁਕਤੀ ਵਾਲੀ ਤੇ ਗੱਲ ਜਿਹੜੀ ਉਹ ਮਤਲਬ ਸਮਝ ਦੇ ਵਿੱਚ ਹੀ ਨਹੀਂ ਸੀ ਨਾ, ਫਿਰ ਉਹ ਤਾਂ ਹੈ ਹੀ ਨਹੀਂ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਣੀ। ਕਹਿੰਦੇ ਜਬ ਇੱਕ ਹੈ ਹਰ ਅਗੰਮ ਅਪਾਰ। ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਅਪਾਰ ਜਿਹਦਾ ਪਾਰ ਨਾ ਪਾਇਆ ਜਾ ਸਕੇ। ਇਹ ਦੋ ਸ਼ਬਦ ਵੀ ਪਰਮਾਤਮਾ ਦੇ ਲਈ ਵਰਤੇ ਗਏ ਨੇ। ਕਹਿੰਦੇ ਜਦੋਂ ਅਗੰਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ ਇਕੱਲਾ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਅਵਤਾਰ ਦਾ ਭਾਵ ਹੈ ਜਨਮ ਲੈਣਾ। ਗੁਰੂ ਸਾਹਿਬ ਨੇ ਆਖਿਆ ਫਿਰ ਨਾ ਨਰਕ ਤੇ ਨਾ ਸੁਰਗ, ਕੁਛ ਵੀ ਨਹੀਂ ਸੀ। ਤਬ ਨਰਕ ਸੁਰਗ ਕੌਣ ਜੰਮਦਾ ਸੀ, ਕੌਣ ਮਰਦਾ ਸੀ? ਕੋਈ ਵੀ ਨਹੀਂ, ਕੋਈ ਅਵਤਾਰ ਨਹੀਂ ਆਉਂਦਾ ਉਤਰਿਆ ਅਵਤਾਰ ਹੈ, ਕੋਈ ਨਹੀਂ ਜੰਮਦਾ ਸੀ। ਨਾ ਨਰਕ ਸਨ ਨਾ ਸਵਰਗ ਸਨ। ਫਿਰ ਪਾਤਸ਼ਾਹ ਨੇ ਆਖਿਆ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਜਦੋਂ ਉਹ ਨਿਰਗੁਣ ਸਰੂਪ ਵਿੱਚ ਸੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਜਦੋਂ ਸੁਤੇ ਸਿੱਧ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ। ਜਾਂ ਇਹ ਸ਼ਬਦ ਇਹਦੇ ਲਈ ਵਰਤੇ ਜਾਣ ਕਿ ਜਦੋਂ ਉਹਨੇ ਅਜੇ ਤੱਕ ਮਾਇਆ ਰਚੀ ਹੀ ਨਹੀਂ ਸੀ, ਜਦੋਂ ਅਜੇ ਤੱਕ ਉਹਨੇ ਮਾਇਆ ਦੀ ਰਚਨਾ ਕੀਤੀ ਨਹੀਂ ਸੀ, ਉਹਨੇ ਜਦ ਕੱਲਾ ਹੀ ਅਜੇ ਕੁਛ ਵੀ ਨਹੀਂ ਹੈ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਕਹਿੰਦੇ ਤਬ ਸ਼ਿਵ ਸਕਤ ਕਹੋ ਕਿਤ ਠਾਏ। ਤਦੋਂ ਦੱਸੋ ਕਹਿੰਦੇ ਕਿੱਥੇ ਸੀ ਜੀਵ ਤੇ ਕਿੱਥੇ ਸੀ ਮਾਇਆ? ਨਾ ਜੀਵ ਸੀ ਤੇ ਨਾ ਜੀਵ ਨੂੰ ਗ੍ਰਸਣ ਵਾਲੀ, ਜੀਵ ਨੂੰ ਹਰ ਲੈਣ ਵਾਲੀ ਮਾਇਆ ਮੌਜੂਦ ਸੀ, ਕੁਛ ਵੀ ਨਹੀਂ ਸੀ ਉਹਦਾ। ਫਿਰ ਪਾਤਸ਼ਾਹ ਜੀ ਨੇ ਆਖਿਆ ਜਬ ਆਪਹਿ ਆਪ ਆਪਣੀ ਜੋਤ ਧਰੈ। ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ, ਜਦੋਂ ਜਾਂ ਸ਼ਬਦੇ ਵਰਤੀਏ ਕਿ ਜਿਸ ਵੇਲੇ ਉਹ ਪਰਮਾਤਮਾ ਜਿਹੜਾ ਹੈ ਸਿਰਫ ਇੱਕੋ ਉਹੀ ਜੋਤ ਸੀ, ਉਹ ਜੋਤ ਜਗ ਰਹੀ ਸੀ, ਅੱਜ ਵੀ ਜਗ ਰਹੀ ਹੈ। ਵੇਖੋ ਰੋਜ਼ ਪੜ੍ਹਦੇ ਹਾਂ ਅਸੀਂ ਜਪਜੀ ਸਾਹਿਬ ਪਹਿਲੀ ਪੌੜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਆਦਿ ਸੱਚ। ਆਦਿ ਆਦਿ ਸਭ ਦਾ ਮੁੱਢ, ਸ਼ੁਰੂ, ਆਰੰਭ। ਜਦੋਂ
ਆਰੰਭ ਵੀ ਅਜੇ ਨਹੀਂ ਹੋਈ ਸੀ, ਕਹਿ ਲਈਏ ਆਦ ਸੀ ਜਦੋਂ, ਉਦੋਂ ਵੀ ਉਹ ਸੱਚ ਮੌਜੂਦ ਸੀ। ਯੁੱਗ ਆਦ, ਦੋ ਸਮੇਂ ਨੂੰ ਚਾਰ ਹਿੱਸਿਆਂ ਵਿੱਚ, ਅਸੀਂ ਸਮੇਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਹਾਂ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਭੂਤਕਾਲ ਜਿਹੜਾ ਸਮਾਂ ਨਿਕਲ ਗਿਆ, ਵਰਤਮਾਨ ਜਿਹੜਾ ਸਮਾਂ ਚੱਲ ਰਿਹਾ ਹੈ, ਤੇ ਜਿਹੜਾ ਸਮਾਂ ਆਉਣ ਵਾਲਾ ਜਿਹਨੂੰ ਅਸੀਂ ਭਵਿੱਖਤ ਕਾਲ ਕਹਿੰਦੇ ਹਾਂ। ਇਹ ਸਮੇਂ ਹਨ। ਇਹਨਾਂ ਨੂੰ ਸਮੇਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਜਦੋਂ ਪ੍ਰਮਾਤਮਾ ਦੀ ਗੱਲ ਕੀਤੀ, ਕਹਿ ਦਿੱਤਾ ਆਦ ਸੱਚ, ਆਦ ਆਰੰਭ ਮੁੱਢ ਸਭ ਦਾ, ਜਦੋਂ ਕੁਝ ਨਹੀਂ ਸੀ ਉਦੋਂ ਵੀ ਉਹ ਸੱਚ ਸੀ। ਯੁੱਗ ਆਦ, ਦੋ ਲਫ਼ਜ਼ ਨੇ, ਦੋ ਲਫ਼ਜ਼ਾਂ ਦਾ ਮੇਲ ਹੈ ਯੁੱਗ। ਜਦੋਂ ਯੁੱਗਾਂ ਦਾ ਆਦ ਸੀ ਉਦੋਂ ਵੀ ਪ੍ਰਮਾਤਮਾ ਸੀ, ਸੱਚ ਸੀ, ਉਹ ਹੈ ਵੀ, ਹੁਣ ਵੀ, ਇਸ ਵੇਲੇ ਵੀ, ਇਸ ਘੜੀ ਇਸ ਪਲ ਉਹ ਪ੍ਰਮਾਤਮਾ ਹੈ, ਸੱਚ ਹੈ। ਨਾਨਕ ਹੋ ਸੀ ਵੀ, ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਜਿਵੇਂ ਉਹ ਆਦ ਵਿੱਚ ਸੀ ਨਾ, ਉਸੇ ਤਰ੍ਹਾਂ ਹੀ ਹੋ ਸੀ ਵੀ ਵਿੱਚ ਵੀ, ਹੋ ਸੀ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ, ਬਿਲਕੁਲ ਉਸੇ ਤਰ੍ਹਾਂ ਹੀ। ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਉਦੋਂ ਸਿਰਫ ਉਹਦੀ ਇਕੱਲੀ ਉਹੀ ਜੋਤ ਸੀ, ਹੋਰ ਕੁਝ ਵੀ ਨਹੀਂ ਸੀ। ਇੱਕ ਗੱਲ ਮੈਂ ਬੇਨਤੀ ਇੱਥੇ ਹੋਰ ਕਰਦਾ ਜਾਵਾਂ, ਜੋਤ ਜਗ ਰਹੀ ਸੀ। ਇੱਕ ਦੇਖੋ, 1000 ਲੱਖ ਕਰੋੜ ਦੀਵੇ ਰੱਖ ਦਿੱਤੇ ਜਾਣ, ਉਹ ਦੀਵੇ ਇੱਕ ਧਰਤੀ ਤੇ ਜਾਂ ਹਨੇਰੇ ਕਮਰੇ ਵਿੱਚ ਰੱਖ ਦਿਓ, ਹਨੇਰੀ ਥਾਂ ਤੇ ਰੱਖ ਦਿਓ, ਉਹਨਾਂ ਦੀਵਿਆਂ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਉਹ ਦੀਵੇ ਬੁਝੇ ਹੋਣਗੇ ਤੇ। ਪਰ ਜੇ ਉਹਨਾਂ ਵਿੱਚ ਇੱਕ ਵੀ ਜੀਵਾ ਜਗਦਾ ਹੈ ਨਾ, ਕਰੋੜਾਂ ਬੁਝੇ ਹੋਏ ਦੀਵੇ ਕਿਸੇ ਕੰਮ ਦੇ ਨਹੀਂ, ਪਰ ਇੱਕ ਜਗਦਾ ਹੋਇਆ ਦੀਵਾ ਬੜੇ ਕੰਮ ਦਾ ਹੈ, ਕਿਉਂਕਿ ਉਹ ਕਰੋੜਾਂ ਬੁਝੇ ਹੋਏ ਦੀਵਿਆਂ ਨੂੰ ਵੀ ਜਮਾਉ ਚੁਕਾਉਣ ਦੀ ਸਮਰੱਥਾ ਰੱਖਦਾ। ਉਹ ਜੋਤ ਜਗ ਰਹੀ ਸੀ, ਐਵੇਂ ਨਹੀਂ ਨੇ ਸਾਰੀਆਂ ਜੋਤਾਂ ਜਗਾਤੀਆਂ, ਪ੍ਰਕਾਸ਼ਮਾਨ ਸਾਰਾ ਕਰਤਾ। ਗੁਰੂ ਅਰਜਨ ਸਾਹਿਬ ਨੇ ਆਖਿਆ, ਜਬ ਆਪਹਿ ਆਪ ਆਪਣੀ ਜੋਤ ਧਰੇ, ਤਬ ਕਵਨ ਨਿਡਰ ਕਵਨ ਕਤ ਡਰੈ। ਤਦੋਂ ਕੌਣ ਨਿਡਰ ਸੀ, ਡਰ ਤੋਂ ਰਹਿਤ ਸੀ, ਤੇ ਕਿਹਨੂੰ ਡਰ ਲੱਗਦਾ ਸੀ? ਕਿਸੇ ਨੂੰ ਨਾ ਉਦੋਂ ਡਰ ਸੀ ਤੇ ਨਾ ਹੀ ਨਿਡਰਤਾ ਸੀ, ਕੁਛ ਵੀ ਨਹੀਂ ਸੀ। ਦੋ ਦੋ ਲਫ਼ਜ਼ ਹੀ ਆ ਰਹੇ ਨੇ ਸਾਰੇ, ਦੋਨੋਂ ਇੱਕ ਦੂਜੇ ਦੇ ਪੂਰਕ ਨੇ, ਇੱਕ ਦੂਜੇ ਦੇ ਆਪੋਜ਼ਿਟ ਨੇ। ਸਵਰਗ ਨਰਕ, ਡਰ ਨਿਡਰ, ਮੰਦ ਮੁਕਤ, ਸਾਰੇ ਸ਼ਬਦ ਸੇਵ ਸਖਤ, ਸਾਰੇ ਸ਼ਬਦ ਜਿਹੜੇ ਤੋਂ ਦੋ ਹੀ ਆ ਰਹੇ ਨੇ। ਤਬ ਕਵਨ ਨਿਡਰ ਕਵਨ ਕਤ ਡਰੈ। ਫਿਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਆਪਨ ਚਲਿਤ ਆਪ ਕਰਨੈ ਹਾਰ। ਚਲਿਤ ਕਹਿੰਦੇ ਨੇ ਤਮਾਸ਼ਿਆਂ, ਅਸਲ ਵਿੱਚ ਆਏ ਜਿੰਨੇ ਵੀ ਤਮਾਸ਼ੇ ਨੇ ਇਹਨਾਂ ਨੇ ਕਰਨਹਾਰ ਕੌਣ ਹੈ? ਆਪ ਪਰਮਾਤਮਾ। ਇੱਥੇ ਦੋ ਤਰ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਨੇ। ਦੇਖੋ, ਪਹਿਲਾ ਬੰਦ ਸਮਾਪਤੀ ਹੋਈ, ਆਖਿਆ ਆਪਨ ਖੇਲ ਆਪ ਵਰਤੀਜਾ, ਆਪ। ਦੂਜਾ ਬੰਦ ਸਮਾਪਤ ਹੋਣ ਲੱਗਾ ਤੇ ਕਹਿੰਦੀ ਆਪਨ ਚਲਿਤ ਆਪ ਕਰਨੇ ਹਾਰ, ਕੌਣ? ਆਪ। ਇਹ ਸਾਰੇ ਤਮਾਸ਼ੇ, ਇਹ ਸਾਰੀਆਂ ਖੇਡਾਂ ਉਸ ਪ੍ਰਮਾਤਮਾ ਨੇ ਆਪ ਰਚੀਆਂ ਨੇ। ਨਾਨਕ ਠਾਕੁਰ ਅਗੰਮ ਅਪਾਰ। ਕਹਿੰਦੇ ਭਾਈ, ਉਹ ਜਿਹੜਾ ਠਾਕੁਰ ਹੈ ਨਾ, ਮਾਲਕ ਹੈ, ਜਿਹੜਾ ਖਸਮ ਹੈ, ਉਹ ਅਗੰਮ ਹੈ ਤੇ ਅਪਾਰ ਹੈ, ਬੇਅੰਤ ਹੈ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਜਿਹੜਾ ਅਪਾਰ ਹੈ ਉਹ ਪਰਮਾਤਮਾ। ਫਿਰ ਤੀਜੇ ਬੰਦ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਅਬਿਨਾਸ਼ੀ ਸੁਖ ਆਪਨ ਆਸਨ। ਜਦੋਂ ਆਸਣ ਦਾ ਭਾਵ ਹੈ ਤਖਤ, ਅਬਿਨਾਸ਼ੀ, ਅਬਿਨਾਸ਼ੀ ਦਾ ਅਰਥ ਹੈ ਜਿਹੜਾ ਕਦੇ ਨਾਸ਼ ਨਹੀਂ ਹੋ ਸਕਦਾ। ਅਬਿਨਾਸ਼ੀ, ਨਾਸ਼ ਤੋਂ ਰਹਿਤ। ਸੁਖ ਆਪਨ ਆਸਣ, ਜਦੋਂ ਉਹ ਆਪਣੇ ਆਸਣ ਤੇ ਸੁਖ ਨਾਲ ਬਿਰਾਜਮਾਨ ਸੀ। ਸਮਝੀ? ਬੜਾ ਸੌਖਾ ਸਿੱਧੇ ਅਰਥ ਮੈਂ ਕਰ ਰਿਹਾ ਕਿ ਅਬਿਨਾਸ਼ੀ, ਨਾਸ਼ ਤੋਂ ਰਹਿਤ ਪਰਮਾਤਮਾ ਬੜੇ ਸੁੱਖ ਨਾਲ ਜਦੋਂ ਆਪਣੇ ਆਸਣ ਤੇ, ਆਪਣੇ ਟਿਕਾਣੇ ਤੇ ਬਿਰਾਜਮਾਨ ਸੀ। ਵਿਦਵਾਨ ਇਹਦੇ ਅਰਥ ਕਰਦੇ ਨੇ, ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ, ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ। ਇਹਦੇ ਅਰਥ ਵਿਦਵਤਾ ਨਾਲੋਂ ਭਰੇ ਕਰਦੇ ਨੇ। ਸਿੱਧੇ ਕਰੀਏ ਤੇ ਉਹ ਅਬਿਨਾਸ਼ੀ ਜਿਹੜਾ ਹੈ, ਬੜੇ ਸੁੱਖਾਂ ਨਾਲ ਆਪਣੇ ਆਸਣ ਤੇ ਜਦੋਂ ਬੈਠਾ ਸੀ। ਤਹ ਜਨਮ ਮਰਨ ਕਹੋ ਕਹਾਂ ਬਿਨਾਸਣ। ਫਿਰ ਦੋ ਸ਼ਬਦ ਆ ਗਏ, ਜਨਮ ਤੇ ਮਰਨ। ਗੁਰੂ ਸਾਹਿਬ ਜੀ ਨੇ ਆਖਿਆ, ਤਦੋਂ ਦੱਸੋ ਕੋਈ ਜੰਮਦਾ ਸੀ? ਹੈ ਸੀ ਜਨਮ? ਨਹੀਂ। ਤੇ ਜਨਮ ਨਹੀਂ ਤੇ ਫਿਰ ਮੌਤ ਵੀ ਨਹੀਂ ਹੈ, ਫਿਰ ਮੌਤ ਵੀ ਕਿਸੇ ਦੀ ਨਹੀਂ। ਕਹੋ ਕਹਾਂ ਬਿਨਾਸਣ, ਦੱਸੋ ਕੌਣ ਉਦੋਂ ਨਾਸ਼ ਹੁੰਦਾ ਸੀ? ਵੇਖੋ, ਸਮਝਣ ਵਾਲੀ ਗੱਲ ਹੈ, ਜਦੋਂ ਅਜੇ ਤੱਕ ਕੁਝ ਸਿਰਜਿਆ ਹੀ ਨਹੀਂ ਗਿਆ ਸੀ ਤੇ ਫਿਰ ਨਾਸ਼ ਕਿਹਦਾ ਹੋਣਾ? ਤੇ ਪਰਮਾਤਮਾ ਤੇ ਨਾਸ਼ ਤੋਂ ਰਹਿ ਤੇ ਅਬਿਨਾਸ਼ੀ ਸ਼ਬਦ ਆ ਗਿਆ ਇਸੇ ਪੰਕਤੀਆਂ ਵਿੱਚ, ਇਹਨਾਂ ਵਿੱਚ ਹੀ। ਅਬਿਨਾਸ਼ੀ, ਨਾਸ਼ ਤੋਂ ਰਹਿਤ। ਵੇਖੋ, ਉਹ ਆਪ ਨਾਸ਼ ਤੋਂ ਰਹਿਤ ਹੈ,
गुरु साहब ने आख्या जो कुछ नहीं सी, वो अपने आसन से टिकया बैठा सी, तो फिर एक गल दसो, तह जन्म मरण कहो कहाँ विनाशी। उदो दसो कौन जमदा सी, कौन मरदा सी, तो जन्म ते मौत सी नहीं, कहाँ विनाशन दसो कौन उदो किहदा नाश हुंदा सी। फिर कहते जब पूरन करता प्रभ सोए, जब पूरन करता प्रभ सोए। साहब सच्चे पातशाह जी ने आख्या कि जब जदों पूरन, वो जिहड़ा परमात्मा पूर्ण करता सब कुछ करने वाला, जदों करतार पूर्ण प्रभु आप ही सी, कोई होर नहीं सी, वो पूर्ण, वो करता, वो सब कुछ करने वाला वो आप सी। तब जम की त्रास कहो किस होए। कहते फिर दसो मौत का डर फिर किनू हो सकता सी। गल उत्थे ही है, जदों जन्म ही नहीं है, मौत ही नहीं है, तो फिर जमा का त्रास किवें आएगा, जमा का डर किवें आएगा। फिर ना कहते जमा का डर है, कुछ भी नहीं है कहते। फिर तब जम की त्रास कहो किस होए। फिर मेरे पातशाह जी ने आख्या जब अभिगत, अभिगत इनू पढ़ना, अगोचर प्रभ एका, जदों अभिगत का भाव है अदृष्ट, अभिगत का भाव है अदृष्ट, अगोचर। वाहिगुरु वाहिगुरु, एक सैकंड जरा मैं, आवाज़ थोड़ी जी मैसेज आया से घट आ रही है। हाँ जी वाहिगुरु जी। साहब सच्चे पातशाह गुरु अर्जन देव जी ने आख्या जब अभिगत अगोचर प्रभ एका, जदों वो परमात्मा अगोचर सी, भाव सरीरक इंद्रियां की पहुँच तो परे सी। अभिगत अदृष्ट, अगोचर इंद्रियां की पहुँच तो बाहर। जदों कहते वो अभिगत अगोचर प्रभ इको ही सी, कोई होर नहीं सी, तब चित्रगुप्त किस पूछत लेखा। तो फिर चित्रगुप्त किनू लेखा पुछदा भी दसो। जो देखो ये गल समझियो, जो जन्म मरण नहीं है ना, उदों जम भी नहीं है, उदों फिर जो मौत नहीं है तो फिर चित्रगुप्त भी नहीं है। ये गल समझ लियो। ये जिहड़ी अष्टपदी है ना, बड़े गुच्चे रहस्य ने इहदे अंदर। परमात्मा जो कला, जो कुछ नहीं साजिया गया, उदों का जिक्र कर रहे हैं। कहते फिर दसो कौन होएगा, ना उदों चित्रगुप्त सी जिहड़ा किसी नूं लेखा पुछ सकदा, उदों जमा का डर भी किसी नूं, ना जन्म सी ना मौत सी, उदों कुछ भी नहीं सी। कहते सच्चे पातशाह जी ने आख्या फिर, कहते जब नाथ निरंजन अगोचर अगाधे, जदों मालक माया रहत अथा अगोचर आप ही सी। निरंजन, निरंजन का भाव है, ਇਹਦਾ दो ਅੱਖਰਾਂ ਦਾ ਮੇਲ ਹੈ ਨਿਰ ਅੰਜਨ, ਭਾਵ ਮਾਇਆ ਦੀ ਕਾਲਖ। ਅੰਜਨ ਵੈਸੇ ਸੁਰਮੇ ਨੂੰ ਕਹਿੰਦੇ ਨੇ, ਸੁਰਮੇ ਦਾ ਰੰਗ ਕਾਲਾ, ਇਸ ਕਰਕੇ ਇਹਨੂੰ ਕਾਲੇ ਦੇ ਨਾਲ ਲਿਖਾਇਆ ਜਾਂਦਾ ਹੈ, ਜਿਹੜਾ ਮਾਇਆ ਦੀ ਕਾਲਖ ਤੋਂ ਪਰੇ, ਨਿਰੰਜਨ। ਜਬ ਨਾਥ ਨਿਰੰਜਨ, ਨਾਥ ਭਾਵੇਂ ਮਾਲਕ ਖਸਮ, ਜਦੋਂ ਉਹ ਅਥਾਹ ਪਰਮਾਤਮਾ ਅਗੋਚਰ ਪਰਮਾਤਮਾ ਆਪ ਹੀ ਸੀ। ਗੁਰੂ ਸਾਹਿਬ ਨੇ ਆਖਿਆ ਤਬ ਕੌਣ ਛੁੱਟੇ, कौन बंधन बाधे। तो फिर कौन माया के बंधनों तो छुटिया होया सी, मुक्त सी, तो फिर कौन उदों माया के बंधनों में बजिया सी। कहने का भाव देखो अगे पहला कह चुके थे कि जदों परमात्मा ने अपनी माया भी नहीं रची सी, जे माया ही नहीं रची तो फिर माया के बंधनों में कौन हो सकता है। फिर कौन हो सकता है जिहड़ा माया के बंधनों तो परे होएगा। तब कौन छुटे, कौन किहदा छुटकारा हो सकता सी, या कौन बंधना विच भाग, कुछ भी नहीं सी। उदों फिर की सी, कहते आपन आप, आप ही अचरजा। उदों फिर अचरजा, अचरज का अर्थ है आश्चर्य, जिसनूं असीं कह दिंदे हैरान करने वाला। सच्चे पातशाह जी ने आख्या उदों फिर वो आश्चर्य परमात्मा आप ही सी, अपने वर्गा वो आप ही सी। देखो कुछ भी नहीं सी। नानक आपन रूप आप ही उपरजा। गुरु अर्जन देव जी ने उपरजा का भाव है पैदा किया। गुरु अर्जन साहब सच्चे पातशाह ने आख्या हे नानक,
अपना आकार उस परमात्मा ने आप ही पैदा किया है। नानक अपना रूप अपना आकार आप ही उपरजा उस परमात्मा ने आप ही बनाया। सैभंग ਜਿਹੜਾ शब्द है ना, सैभंग ਉਹਦੇ ਲੋਕ ਵਿਚਾਰਾਂ ਦਿੰਦੇ ਨੇ ਵੀ गुरु ग्रंथ साहब की एक पंक्ति है, मात पिता बिन बाल ना होई, बिंब बिना कैसे कपड़े धोई, ਜ਼ੀਲ ਬਿਨਾ ਨਾ ਬਜੈ ਰਬਾਬ, ਨਾਮ ਬਿਨਾ ਭਾਵ। ਕਹਿਣ ਦਾ ਭਾਵ ਇਹ ਆ ਕਿ ਮਾਂ ਤੇ ਬਾਪ ਦੇ ਸੁਮੇਲ ਤੋਂ ਬਿਨਾ ਬੱਚਾ ਨਹੀਂ ਹੋ ਸਕਦਾ। ਸਾਬਣ ਤੋਂ ਬਿਨਾ ਜਿਵੇਂ ਕੱਪੜੇ ਨਹੀਂ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਜ਼ੀਲ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ। ਉਹ ਕਹਿੰਦੇ ਫਿਰ ਜੇ ਮਾਂ ਤੇ ਬਾਪ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ, ਦੱਸੋ ਪਰਮਾਤਮਾ ਕਿੱਥੋਂ ਆਇਆ? ਉਹਦਾ ਵੀ ਕੋਈ ਮਾਂ ਬਾਪ ਹੋਏਗਾ ਕਹਿੰਦੇ। ਪਰ ਤੁਸੀਂ ਕਹਿ ਰਹੇ ਹੋ ਕਹਿੰਦੇ ਕੁਛ ਨਹੀਂ। ਫਿਰ ਕਿਹਾ ਗੁਰੂ ਸਾਹਿਬ ਨੇ ਕਿ ਆਪਨ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਉਹਨੇ ਆਪਣਾ ਰੂਪ ਆਪ ਹੀ ਬਣਾਇਆ, ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸਹਿਬੰਗ ਆਖਿਆ। ਸਹਿਬੰਗ ਸਵੰਭੂ, ਸਹਿ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ ਹੈ ਉਹ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਉਹਨੇ ਆਪਣਾ ਰੂਪ ਆਪ ਹੀ ਬਣਾਇਆ, ਆਪਣਾ ਆਕਾਰ ਆਪ ਹੀ ਬਣਾ ਲਿਆ ਉਹਨੇ। ਅੱਗੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ, ਕਹਿੰਦੇ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਪੁਰਖ ਦਾ ਭਾਵ ਹੈ ਅਕਾਲ ਪੁਰਖ, ਤੇ ਪੁਰਖ ਪਤ ਦਾ ਭਾਵ ਹੈ ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ, ਸਾਡਾ ਸਾਰਿਆਂ ਦਾ ਮਾਲਕ। ਜਹ ਨਿਰਮਲ ਦਾ ਭਾਵ ਹੈ ਮਲ ਤੋਂ ਰਹਿਤ। ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ। ਨਿਰਮਲ ਜੀਵਾਂ ਦਾ ਮਾਲਕ ਸਾਡਾ ਸਾਰਿਆਂ ਦਾ, ਜਿਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਤਹ ਬਿਨ ਮੈਲ ਕਹੋ ਕਿਆ ਧੋਤਾ। ਉਹ ਉੱਥੇ ਮੈਲ ਤੋਂ ਰਹਿਤ ਸੀ। ਤੇ ਦੱਸੋ ਫਿਰ ਉਹਨੇ ਕਿਹੜੀ ਮੈਲ ਧੋਣੀ ਸੀ? ਜਾਂ ਉਹ ਨਿਰਮਲ ਹੈ ਜਦੋਂ ਉਹ ਕੁਝ ਹੈ ਹੀ ਨਹੀਂ ਸੀ, ਤੇ ਕਿਹੜਾ ਇਨਸਾਨ, ਕਿਹੜਾ ਜੀਵ ਸੀ ਜਿਹਨੂੰ ਮੈਲ ਲੱਗਣੀ ਸੀ ਤੇ ਜਿਹੜੀ ਮੈਲ ਧੋਤੀ ਜਾਣੀ ਸੀ? ਭਾਵ ਜਦੋਂ ਹੈ ਹੀ। ਦੇਖੋ ਜਦੋਂ ਪਰਮਾਤਮਾ ਨੇ ਮਾਇਆ ਪੈਦਾ ਕੀਤੀ ਨਾ, ਮਾਇਆ ਦੂਜੇ ਨੰਬਰ ਤੇ ਆ। ਪਰਮਾਤਮਾ ਇੱਕ ਹੈ, ਕੁਝ ਨਹੀਂ ਹੋਰ। ਮਾਇਆ ਜਿਹੜੀ ਹੈ ਨਾ, ਮਾਇਆ ਇਹਨੇ ਫਿਰ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ, ਆਪਣੇ ਵਰਗਾ ਬਣਾ ਲਿਆ। ਪਰਮਾਤਮਾ ਨੇ ਕੀ ਕੀਤਾ? ਸੰਸਾਰ ਨੂੰ ਬਣਾ ਕੇ ਪੈਦਾ ਕਰਕੇ ਤੇ ਮਾਇਆ ਦੀ ਚਾਦਰ ਉਹਦੇ ਉੱਪਰ ਪਾ ਦਿੱਤੀ। ਉਹ ਹੋਇਆ ਕੀ ਫਿਰ? ਜਿਹੜਾ ਉਸ ਮਾਇਆ ਦੇ ਪਰਦੇ ਨੂੰ ਪਾੜ ਕੇ ਨਿਕਲੇਗਾ, ਉਹਨੂੰ ਉਸ ਪਰਦੇ ਤੋਂ ਬਾਹਰ ਪਰਮਾਤਮਾ ਨਜ਼ਰ ਆਏਗਾ। ਬੜੀ ਸਿੱਧੀ ਗੱਲ ਹੈ। ਅਸੀਂ ਉਸੇ ਮਾਇਆ ਦੇ ਪਰਦੇ ਦੇ ਅੰਦਰ ਅੰਦਰ ਹੀ ਘੁੰਮੀ ਜਾਂਦੇ ਹਾਂ, ਬਾਹਰ ਨਿਕਲਣ ਦਾ ਯਤਨ ਨਹੀਂ ਕਰਦੇ, ਹੋਰ ਘੁੰਮਦੇ ਜਾਂਦੇ ਹਾਂ, ਹੋਰ ਘੁੰਮਦੇ ਜਾਂਦੇ ਹਾਂ। ਜਦੋਂ ਕੁਝ ਹੈ ਹੀ ਨਹੀਂ ਸੀ, ਜਦੋਂ ਕੋਈ ਮੈਲ ਨਹੀਂ ਫਿਰ ਧੋਣੀ ਕਿਤੇ ਸੀ। ਉਹ ਨਿਰਮਲ ਕੱਲਾ, ਉਹ ਆਪ ਕੱਲਾ ਸੀ, ਤੇ ਉਹਦੇ ਲਈ ਸ਼ਬਦ ਆਇਆ ਨਿਰਮਲ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ। ਤੇ ਜੇ ਉਹ ਕੱਲਾ ਸੀ, ਨਿਰਮਲ ਸੀ, ਮਲ ਤੋਂ ਰਹਿਤ ਸੀ, ਤੇ ਫਿਰ ਮੈਲ ਧੋਣ ਦੀ ਤਾਂ ਗੱਲ ਹੀ ਨਹੀਂ ਹੋਣੀ। ਜਹ ਨਿਰੰਜਨ, ਨਿਰੰਕਾਰ, ਨਿਰਮਾਣ। ਨਿਰੰਜਨ ਦਾ ਅਰਥ ਅੰਜਨ ਤੋਂ, ਸੁਰਮੇ ਤੋਂ, ਮਾਇਆ ਦੀ ਕਾਲਕ ਤੋਂ ਰਹਿਤ। ਨਿਰੰਕਾਰ ਦਾ ਅਰਥ ਹੈ ਆਕਾਰ ਤੋਂ ਰਹਿਤ। ਨਿਰਵਾਣ, ਨਿਰਵਾਣ ਦਾ ਭਾਵ ਹੈ ਵਾਸ਼ਨਾ ਤੋਂ ਰਹਿਤ। ਜਹ ਨਿਰੰਜਨ, ਨਿਰੰਕਾਰ, ਨਿਰਵਾਣ। ਜਿੱਥੇ ਮਾਇਆ ਰਹਿਤ, ਆਕਾਰ ਰਹਿਤ ਤੇ ਵਾਸ਼ਨਾ ਤੋਂ ਰਹਿਤ ਪਰਮਾਤਮਾ ਪ੍ਰਭੂ ਹੀ ਸੀ। ਜਿੱਥੇ ਉਹ ਉਦੋਂ ਉੱਥੇ ਸੀ ਜਿੱਥੇ ਨਾ ਮਾਇਆ ਦੀ ਕਾਲਕ ਸੀ, ਨਾ ਆਕਾਰ ਸੀ, ਨਾ ਕੋਈ ਵਾਸ਼ਨਾ ਸੀ, ਉੱਥੇ ਉਹ ਪਰਮਾਤਮਾ ਬੈਠਾ ਸੀ। ਤਹ ਕੌਣ ਕਉ ਮਾਨ, ਕੌਣ ਅਭਿਮਾਨ। ਤੇ ਫਿਰ ਨਾ ਕਿਸੇ ਨੂੰ ਮਾਣ, ਤੇ ਨਾ ਉਦੋਂ ਮਾਣ ਸੀ, ਤੇ ਨਾ ਉਦੋਂ ਹੰਕਾਰ, ਅਭਿਮਾਨ ਸੀ। ਦੇਖੋ ਦੋ ਸ਼ਬਦ ਨੇ, ਮਾਣ ਤੇ ਅਭਿਮਾਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਭਲੇ ਉਦੋਂ ਕੁਝ ਵੀ ਨਹੀਂ ਸੀ। ਤੇ ਕੌਣ ਕਉ ਮਾਣ, ਕੌਣ ਅਭਿਮਾਨ। ਕਿਹਨੂੰ ਕਹਿੰਦੇ ਫਿਰ ਮਾਣ, ਤੇ ਕਿਹਦੇ ਕੋਲ ਅਭਿਮਾਨ ਸੀ? ਨਾ ਪਰਮਾਤਮਾ ਕੋਲ ਉਦੋਂ ਮਾਣ ਅਭਿਮਾਨ ਸੀ, ਉਹਨੇ ਪੈਦਾ ਹੀ ਨਹੀਂ ਸੀ ਕੀਤਾ ਇਹਨੇ ਜੇ। ਫਿਰ ਪਾਤਸ਼ਾਹ ਜੀ ਨੇ ਆਖਿਆ ਜਹ ਸਰੂਪ ਕੇਵਲ ਜਗਦੀਸ਼। ਜਗਦੀਸ਼ ਜਗਤ ਦਾ ਈਸ਼। ਜਗਦੀਸ਼ ਦਾ ਭਾਵ ਹੈ ਜਗਤ ਦਾ ਈਸ਼। ਜਗਤ ਈਸ਼ ਕਹਿੰਦੇ ਨੇ ਮਾਲਕ ਨੂੰ, ਖਸਮ ਨੂੰ, ਜਗਤ ਦਾ ਮਾਲਕ। ਕਹਿੰਦੇ ਜਹ ਸਰੂਪ, ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦਾ ਹੀ ਸਰੂਪ ਸੀ, ਉਹਦੀ ਹੀ ਹਸਤੀ ਸੀ। ਉਹ ਉਸ ਅਫੁਰ ਅਵਸਥਾ ਦਾ ਜ਼ਿਕਰ ਕਰ ਰਹੇ ਨੇ, ਜਿਹਨੂੰ ਸੁੰਨ ਸਮਾਧੀ ਆਪ ਕਿਹਾ ਗਿਆ, ਜਿਹਨੂੰ ਅਰਬਦ ਨਰਬਦ ਧੁੰਦੂ ਘਾਰਾ
गुरु साहब जी ने कहा है उस अवस्था का जिक्र कर रहे हैं। देखो कितनी कमाल की गल है, उस जगह का जिक्र कर रहे हैं जी जगह अजे तक है बनी नहीं, बनाई नहीं उन्हें परमात्मा ने। कितनी बखूबी नाल उन्हां सारियां गल्लां दा जिक्र कर दिता। तो जिक्र भी उदों के समय में कर रहे हैं जदों ये चीज़ां अजे तक बनिया ही नहीं सन। गुरु अर्जन साहब सच्चे पातशाह ने कितनी कमाल की इस बाणी के अंदर। सच्चे पातशाह कहते जह स्वरूप केवल जगदीश, जिथे केवल जगत दे ईश जगत दे मालक उस वाहिगुरु परमात्मा दी ही हस्ती सी, तह छल छिदर लगत कहो कीस। कीस का अर्थ है किनू, किस नू। छल छिदर, छल कहते हैं धोखे नू, छिदर कहते हैं ऐप विकार। ਹੁਣ ना उत्थे कोई छल सी ते ना ही छिदर कोई ऐप। वो फिर जो है ही नहीं सी फिर लगने किनू सन, परमात्मा नूं तो लगण वाले ही नहीं। पर एक मैं बेनती करा, ये सारा कुछ ये सारा नूं परमात्मा ने बनाया भी आप जी। जिन्हां जिन्हां दा जिक्र किया ना भी ये अजे नहीं, अजे कला परमात्मा है, जो अजे कुछ उन्हें बनाया ही नहीं, तो किनू लगने सन, ना परमात्मा नूं ते ना किसी होर नूं, जदों किसी की हस्ती ही नहीं है। पर ये सारे परमात्मा ने बनाए भी आप ही ने, कि बनाए साढ़े वास्ते ने, साढ़े उत्ते वरतन दे वास्ते, कि जिहड़ा इन्हां तो बच गया वो मेरे तक पहुँच जाएगा, तो जिहड़ा इन्हां दे विच खचित हो गया वो फिर रुलदा फिरेगा बस। कदे जम पिया, कदे मर गया, फिर जन्म लै लिया, फिर मौत आई, फिर जूना विच भटकदा फिरेगा। ये अजे कुछ भी नहीं बनया, पर गुरु साहब दस रहे ने परमात्मा ने आ कुछ बनाउणा जी तैयारी। तै छल जय स्वरूप केवल जगदीश, तै छल छिदर लगत कहो कीस। कहते जह जोत स्वरूपी जोत संग समावै, जह जोत स्वरूपी, जदों जोत स्वरूप वो परमात्मा जोत संग समावै, अपनी ही जोत विच लीन सी। वो जोत स्वरूप है पर वो किते बाहर नहीं, वो अपनी जोत दे विच ही लीन है, अपनी जोत के अंदर ही अपने अंदर ही समा के बैठा है, बैठा उत्ते परमात्मा। जह जोत स्वरूपी जोत संग समावै, फिर सच्चे पातशाह जी ने आख्या तह किसे भूख कवन तृप्तावै। फिर किनू भुख तृप्तावै का अर्थ है रजना। फिर रजना किन्ने सी दसो, ना किसी नूं भुख ना ही किसी ने रजना सी, तृप्त होना सी। जो भुख ही नहीं सी तो फिर रज किस गल का होना सी। रज की रज तो रज शब्द ही तां है जे भुख है, तां जे भुख ही नहीं है तो फिर रज शब्द नाम की कोई चीज़ जिहड़ी वो है नहीं। साहब ने आख्या कहते जह जोत स्वरूपी जोत संग समावै, जदों वो जोत स्वरूप परमात्मा अपनी जोत के अंदर ही समाया सी, तै किसे भूख कवन तृप्तावै। फिर किसी नूं ना ते माया की भुख सी ते ना ही कोई रज्जिया होया सी। ते मेरे सच्चे पातशाह जी ने चौथी जिहड़ी चौथा पदा है ਇਹਦੇ ਵਿੱਚ ਆਖਿਆ ਕਹਿੰਦੇ ਕਰਨ ਕਰਾਵਨ ਕਰਨੈ ਹਾਰ। ਕਰਨ ਕਰਾਵਨ ਕਰਨ ਵਾਲਾ, ਧਿਆਨ ਨਾਲ ਸੁਣਿਓ, ਕਰਨ ਕਰਾਵਨ ਦੋ ਸ਼ਬਦ ਨੇ ਬੜੇ ਕਮਾਲ ਦੇ ਨੇ ਤੇ ਅਰਥ ਵੱਖੋ ਵੱਖ ਨੇ। ਕਰਨ ਕਰਨ ਵਾਲਾ, ਕਰਾਵਨ ਕਰਾਉਣ ਵਾਲਾ। ਅਸੀਂ ਕਰਨ ਕਾਰਨ ਸ਼ਬਦ ਪੜ੍ਹਦੇ ਹਾਂ। ਕਰਨ ਵਾਲਾ ਤੇ ਜੋ ਹੋ ਰਿਹਾ ਹੈ ਉਹਦਾ ਕਾਰਨ ਜੋ ਹੈ। ਕਰਨ ਕਰਾਵਨ ਕਰਨੈ ਹਾਰ, वो जिहड़ा करनहार परमात्मा है ना, सब कुछ करने वाला, सब वो आप ही सब कुछ करने वाला ते जीवां तो कराने वाला है, कोई होर नहीं। जी उन्हें सब कुछ बनाया तो आप ही कर करा रहा है सब कुछ। करन करावन करनहार, नानक करते का नाहे सुमार। सुमार का अर्थ है अंदाजा। ते भाई कहते उस परमात्मा का कोई अंदाजा नहीं लाया जा सकता, कुछ भी नहीं उसका अंदाज नहीं पाया जा सकता। जिहड़ा वाहिगुरू है ना, परमात्मा है, जिहड़ा समझ तो परे है, उन्होंने समझिया जा ही नहीं सकता। देखो एक पासे गुरु साहब कह भी रहे ने आ कुछ, पर एक पासे आप भी कह रहे ने भी उस समझ तो परे उस परमात्मा नूं समझिया नहीं जा सकता।
ਉਹ ਜਿਹੜਾ ਪ੍ਰਮਾਤਮਾ ਜਿਹੜਾ ਵਾਹਿਗੁਰੂ ਹੈ ਨਾ ਉਹ ਸਮਝ ਤੋਂ ਪਰੇ ਹੈ। ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਭਾਈ ਫਿਰ ਕੀ ਹੈ ਕਿ ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਹਿ ਸੁਮਾਰ। ਸੱਚਾਈ ਹੈ, ਉਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਦੀ ਗਤ ਮਿੱਤ ਨੂੰ ਨਹੀਂ ਪਾਇਆ ਜਾ ਸਕਦਾ। ਵੇਖੋ ਅੱਜ ਜਿਹੜੀ ਇਹ ਅਸ਼ਟਪਦੀ ਹੈ ਨਾ, ਮੈਂ ਤੁਹਾਨੂੰ ਸ਼ੁਰੂ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜੋ ਸ਼ਲੋਕ ਵਿੱਚ ਨਾ ਉਹੀ ਕੁਝ ਅਸ਼ਟਪਦੀ ਵਿੱਚ ਤੇ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਕਮਾਲ ਕੀਤੀ, ਜਦੋਂ ਆਖਿਆ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪਨ ਕੀਆ ਨਾਨਕਾ। ਇਹ ਜੋ ਕੁਛ ਦੱਸ ਰਹੇ ਨੇ ਨਾ ਹੁਣ, ਬੈਰ ਵਿਰੋਧ ਹਰਕ ਸੋਗ ਮੋਹ ਭਰਮ ਸਭ ਕੁਛ, ਇਹ ਆਪਨ ਕੀਆ ਨਾਨਕਾ ਹੈ। ਇਹ ਉਹਨੇ ਆਪ ਕੀਤਾ ਸਾਰਾ ਕੁਝ, ਆਪੇ ਹੀ ਫਿਰ ਜਾ। ਇਹ ਸੱਚਾਈ ਹੈ, ਆਪ ਕਰਕੇ ਵੇਖ ਰਿਹਾ ਹੈ ਤੇ ਇਹ ਸਮਝ ਰਿਹਾ ਹੈ ਕਿ ਕਿਹੜਾ ਇਹਦੇ ਤੋਂ ਪਾਰ ਲੰਘਦਾ ਹੈ ਤੇ ਕਿਹੜਾ ਇਹਦੇ ਵਿੱਚ ਡੁੱਬ ਰਿਹਾ ਹੈ, ਕਿਹੜਾ ਪਾਰ ਨਿਕਲ ਜਾਏਗਾ ਤੇ ਕਿਹੜਾ ਗਲਤਾਨ ਹੋ ਜਾਏਗਾ। ਇਹ ਸਭ ਕੁਝ ਬਣਾਉਣ ਵਾਲਾ ਪ੍ਰਮਾਤਮਾ ਵਾਹਿਗੁਰੂ ਆਪ ਹੈ। 4 ਬੰਦ ਪਹਿਲੇ ਹੋ ਚੁੱਕੇ ਹਨ ਇਸ ਅਸ਼ਟਪਦੀ ਦੇ। 21ਵੀਂ ਅਸ਼ਟਪਦੀ ਹੈ। ਬਾਕੀ ਜੋ ਹੈ ਉਹ 4 ਇਹਦੇ ਜੋ ਪਦੇ ਹਨ ਉਹ ਕੱਲ ਨੂੰ ਆਪਾਂ ਵਿਚਾਰਾਂਗੇ। ਮੈਂ ਫਿਰ ਇੱਕ ਬੇਨਤੀ ਕਰਦਿਆਂ ਕਿ ਜੋ ਸਮਾਂ ਹੈ ਉਹ ਬਦਲਿਆ ਗਿਆ ਹੈ, 4:45 ਤੋਂ 5:30, 4:45 ਤੋਂ 5:30 ਇਹ ਸਮਾਂ ਜਿਹੜਾ ਉਹ ਰੱਖਿਆ ਗਿਆ ਹੈ। ਉਹਦਾ ਇੱਕ ਕਾਰਨ ਸੀ ਕਿ ਬਹੁਤ ਜ਼ਿਆਦਾ ਫੋਨ ਕਾਲ ਸੰਗਤ ਦੇ ਆਉਣ ਲੱਗ ਪਏ ਸਨ ਕਿ ਸੋਦਰ ਰਹਿਰਾਸ ਸਾਹਿਬ ਦਾ ਟਾਈਮ ਹੋ ਜਾਂਦਾ ਹੈ ਤੇ ਫਿਰ ਮਤਲਬ ਦੁਵਿਧਾ ਜੀ ਪੈਂਦੀ ਹੈ ਕਿ ਕਲਾਸ ਵਾਲੇ ਪਾਸੇ ਸੰਥਿਆ ਵਾਲੇ ਪਾਸੇ ਆਈਏ ਜਾਂ ਸੋਦਰ ਰਹਿਰਾਸ ਵਾਲੇ ਪਾਸੇ ਆਈਏ। ਫਿਰ ਸਾਰਿਆਂ ਦੀ ਸਲਾਹ ਦੇ ਨਾਲ ਇਹ ਜਿਹੜਾ ਸਮਾਂ ਇਹ ਰੱਖਿਆ ਗਿਆ ਕਿ ਵਾਰ-ਵਾਰ ਚੇਂਜ ਨਾ ਕਰਨਾ ਪਵੇ। ਦਿਨਾਂ ਦਾ ਵੀ ਬਹੁਤ ਫਰਕ ਪੈ ਗਿਆ। ਕੋਈ ਸੰਗਤ ਜਿਹੜੀ ਨਾਰਥ ਵਾਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਜੁੜਦੀ ਹੈ ਤੇ ਉਹ ਸੰਗਤ ਦੇ ਤਾਂ ਬਹੁਤ ਜ਼ਿਆਦਾ ਫੋਨ ਆ ਰਹੇ ਸਨ ਕਿਉਂਕਿ ਉੱਧਰ ਬਹੁਤ ਜ਼ਿਆਦਾ ਹਨੇਰਾ ਹੋ ਜਾਂਦਾ, ਸੋਦਰ ਦਾ ਸਮਾਂ ਵੀ ਉੱਧਰ ਸਮਾਪਤ ਹੋ ਜਾਂਦਾ। ਇਸ ਕਰਕੇ ਫਿਰ ਇਹ ਥੋੜ੍ਹਾ ਜਿਹਾ ਸਮਾਂ ਤਬਦੀਲ ਕੀਤਾ ਤੇ ਇਹ ਥੋੜ੍ਹਾ ਜਿਹਾ ਧਿਆਨ ਰੱਖਿਓ। ਕੱਲ੍ਹ ਤੋਂ ਵੀ ਇਹੀ ਸਮਾਂ ਰਹੇਗਾ ਤੇ ਹੋਰ ਜਿਹੜੇ ਜਾਣ ਪਛਾਣ ਵਾਲੇ ਨੇ ਉਹਨਾਂ ਨੂੰ ਵੀ ਆਪ ਜੀ ਨੇ ਦੱਸਣ ਦੀ ਕਿਰਪਾਲਤਾ ਕਰਨੀ ਕਿ ਜਿਹੜਾ ਸਮਾਂ ਹੈ ਉਹ ਬਦਲ ਗਿਆ ਹੈ। ਸੋ ਅੱਜ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਪ ਜੀ ਦੇ ਮਾਈਕ ਜਿਹੜੇ ਉਹ ਅਨਮਿਊਟ ਕਰ ਦਿੱਤੇ ਗਏ ਹਨ। ਜੇ ਕਿਸੇ ਦਾ ਕੋਈ ਸਵਾਲ ਹੈ ਤੇ ਆਪ ਜੀ ਨੇ ਆਪਣਾ ਮਾਈਕ ਔਨ ਕਰਕੇ ਪੁੱਛਣਾ। ਹਾਂਜੀ, ਵਾਹਿਗੁਰੂ ਵਾਹਿਗੁਰੂ। ਠੀਕ ਹੈ ਜੀ, ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਸੇ ਤਰ੍ਹਾਂ ਜੁੜਦੇ ਰਹਿਣਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਅਖੀਰ ਤੇ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।